ऑपरेशन कराया था एक का, तो एक का होने वाला था। कैटरेक्ट की शुरुआत थी, स्टार्टिंग था, और अब उसका जो विज़न कम हुआ था ऑपरेट के बाद वो 6/9 हो चुका है। पहले 24 था, 6/24, अब उनका 6/9 उनका चल रहा है 4 सालों से। और जो दूसरा था वो भी कम था, 6/18, और वो भी 6/9 4 सालों से चल रहा है। मैं ਬੈਟਰ ਫੀਲ ਕਰਦਾ ਕਿਉਂਕਿ ਮੈਨੂੰ ਡਾਇਬਟੀ ਵੀ ਹੈਗੀ ਆ, ਥਾਇਰਾਇਡ ਵੀ ਹੈਗੀ ਆ ਤੇ ਬੀਪੀ ਵੀ ਹੈਗਾ। ਤੇ ਫਰਕ ਪਿਆ ਡਾਕਟਰ ਸਾਹਿਬ ਦੇ ਇਲਾਜ ਦੇ ਨਾਲ? ਫਰਕ ਪਿਆ? ਹਾਂ ਫਰਕ ਪਿਆ ਮੈਂ ਤਾਂ ਹੀ ਆਉਂਦਾ ਜੀ, ਨਹੀਂ ਕਾਹਨੂੰ ਆਉਣਾ ਸੀ। ਸਰ ਇੱਕ ਡਾਕਟਰ ਸਾਹਿਬ ਦਾ 20 ਮਿੰਟ ਵਾਲਾ ਫਾਰਮੂਲਾ ਹੈ ਜੀ, ਉਹਦੇ ਨਾਲ ਫਰਕ ਪਿਆ ਸੀ ਤੁਹਾਨੂੰ ਥੋੜਾ ਬਹੁਤ? ਹਾਂ ਕਿਉਂਕਿ ਜਦੋਂ ਇਹਨੇ ਫਸਟ ਟਾਈਮ ਮੇਰੀ ਚੈੱਕ ਕੀਤੀ ਹੈ, ਪਹਿਲਾਂ ਤਾਂ ਸਿੰਪਲ ਚੈੱਕ ਕੀਤੀ, ਫਿਰ ਇਹਨੇ ਦਵਾਈ ਪਾ ਕੇ ਕੀਤੀ, ਫਰਕ ਸੀ। नमस्कार, D5 चैनल हिंदी देख रहे सभी दर्शकों का मैं विभोर चट्ठा स्वागत करता हूं। आज मैं आया हूँ पटियाला के पास पड़ते पिंड बारन। यहाँ पर डॉक्टर विक्रमजीत सिंह विर्क हैं जो कि आँखों की हर समस्या का समाधान करते हैं, इलाज करते हैं। यहाँ पर दूर दूर से पेशेंट्स आते हैं और डॉक्टर साहब का एक मशहूर फार्मूला 20 मिनट का फार्मूला, जिससे कि 20 मिनट में ही आँखों में फ़र्क देखने को मिल जाता है। चलिए अंदर चलते हैं, बातचीत करते हैं पेशेंट से, डॉक्टर साहब से बातचीत करते हैं। ये 20 मिनट वाला फार्मूला क्या है और कैसे आँखों पर असर दिखाता है। ਤੁਹਾਡਾ ਨਾਮ ਕੀ ਹੈ? ਬਲਵਿੰਦਰ ਸਿੰਘ। ਅੱਖਾਂ ਦੀ ਕਿਹੜੀ ਬਿਮਾਰੀ ਸੀ ਤੁਹਾਨੂੰ? ਮੈਂ 95 ਚ ਪਹਿਲਾਂ ਮੇਰੇ ਚਸ਼ਮਾ ਲੱਗਿਆ ਸੀ, ਉਸ ਤੋਂ ਪਹਿਲਾਂ 95 ਚ ਮੈਂ ਚਸ਼ਮਾ ਤਰਵਾਉਣ ਦਾ ਆਪਰੇਟ ਕਰਾਇਆ ਸੀਗਾ ਡਾਕਟਰ BK ਵਾਂਸਲ ਨੂੰ। ਚਲੋ ਬਿਲਕੁਲ ਕੰਟੀਨਿਊ ਚੱਲਦਾ ਰਿਹਾ। ਅੱਛਾ। ਕਿਉਂਕਿ ਕੰਮ ਸੀਗਾ ਮੇਰਾ, ਲਿਖਣ ਪੜ੍ਹਨ ਦਾ ਕੰਮ ਸੀਗਾ, ਜੋਬ ਸੀ ਗੌਰਮੈਂਟ ਜੋਬ। ਛੇ ਕੋਈ 7 ਸਾਲ ਤੋਂ ਮੈਨੂੰ ਨੇੜੇ ਦੀ ਨਿਗਾਹ 'ਚ ਪ੍ਰੋਬਲਮ ਆਈ ਹੈ, ਧੁੰਦਾ ਦਿਖਣਾ ਸ਼ੁਰੂ ਹੋਇਆ। ਡਾਕਟਰ ਸਾਹਿਬ ਕੋਲੇ ਮੈਂ ਗਿਆ, ਉਹ ਕਹਿੰਦੇ ਵੀ ਹਲੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ, ਮੋਤੀਆ ਦੀ ਸ਼ੁਰੂਆਤ ਹੈ, ਅੱਛਾ, ਅਪਡੇਟ ਨਹੀਂ ਹੋ ਸਕਦਾ, ਤੁਸੀਂ ਆਪਣੇ ਸਪੈਕਸ ਦਾ ਨੰਬਰ ਚੇਂਜ ਕਰਾ ਲਓ। ਅੱਛਾ। ਹਾਂ, ਉਹ ਨੰਬਰ ਚੇਂਜ ਕਰਾਇਆ, ਸਾਲ ਚੱਲਿਆ, ਉਸ ਤੋਂ ਬਾਅਦ ਫਿਰ ਪ੍ਰੋਬਲਮ ਆ ਗਈ। ਅੱਛਾ। ਮੈਂ ਕਿਹਾ ਜੀ ਹੁਣ ਤਾਂ ਆਪਰੇਸ਼ਨ ਕਰ ਦਿਓ। ਉਹ ਕਹਿਣ ਲੱਗੇ ਵੀ ਇਨੀਸ਼ੀਅਲ ਸਟੇਜ ਹੈ, ਤੇ ਆਪਰੇਸ਼ਨ ਕਰ ਹੀ ਨਹੀਂ ਸਕਦੇ, ਹਲੇ ਕੱਚਾ, ਇਹਨੂੰ ਨਹੀਂ ਅਸੀਂ ਛੇੜ ਸਕਦੇ ਕੱਚੇ ਨੂੰ। ਹੱਲ ਕੀ ਹੈ ਜੀ ਇਹਦਾ? ਕਹਿੰਦੇ ਜੀ ਤੁਸੀਂ ਜਿਹੜਾ ਚਸ਼ਮਾ ਹੈ ਉਹਦਾ ਨੰਬਰ ਹੋਰ ਵਧਾ ਲਓ। ਅੱਛਾ। ਉਹ ਵਧਾਇਆ, ਸਾਲ ਬਾਅਦ ਫਿਰ ਉਹੀ ਹੱਲ ਹੋ ਗਿਆ। ਫਿਰ ਮੈਨੂੰ ਇਹਨੇ ਡਾਕਟਰ ਸਾਹਿਬ ਦੇ ਇੱਥੇ ਦੱਸ ਪਈ ਜੀ। ਮੈਂ ਇਹਨਾਂ ਕੋਲ ਆਇਆ, ਪਹਿਲਾਂ ਤਾਂ ਮੈਨੂੰ ਇਹੀ ਸੀਗਾ ਵੀ ਜਿਹਦੇ ਆਪਰੇਟ ਕਰਾਇਆ ਹੋਵੇ ਉਹਦੇ ਆ ਦੇਸੀ ਮੈਡੀਸਿਨ ਪੈਂਦੀ ਨਹੀਂ, ਆਯੁਰਵੈਦਿਕ। ਹਾਂ, ਡਰ ਲੱਗਦਾ ਸੀ। ਮੈਂ ਇਹਨਾਂ ਨੂੰ ਕਿਹਾ ਵੀ ਜੀ ਮੇਰਾ ਇੱਦਾਂ ਕਰਕੇ ਆਪਰੇਟ ਹੋਇਆ। ਕਹਿੰਦਾ ਜੀ ਕੋਈ ਗੱਲ ਨਹੀਂ। ਇਹਨਾਂ ਨੇ ਮੈਨੂੰ ਮੈਡੀਸਿਨ ਦੇਣੀ ਸ਼ੁਰੂ ਕੀਤੀ। 17 ਜਨਵਰੀ 1922 ਤੋਂ ਮੈਂ ਟਿਲ ਡੇਟ ਕੰਟੀਨਿਊ ਆ ਰਿਹਾ। ਬੜਾ ਟਾਈਮ ਹੋ ਗਿਆ ਤੁਹਾਨੂੰ? 4 ਸਾਲ। ਮੇਰਾ ਕਾਰਡ ਸਾਹਮਣੇ ਪਿਆ ਤੇ ਮੈਂ ਬੈਟਰ ਫੀਲ ਕਰਦਾ ਕਿਉਂਕਿ ਮੈਨੂੰ ਡਾਇਬਟੀ ਵੀ ਹੈਗੀ ਆ, ਥਾਇਰਾਇਡ ਵੀ ਹੈਗੀ ਆ ਤੇ ਬੀਪੀ ਵੀ ਹੈਗਾ। ਤੇ ਫਰਕ ਪਿਆ ਡਾਕਟਰ ਸਾਹਿਬ ਦੇ ਇਲਾਜ ਦੇ ਨਾਲ? ਫਰਕ ਪਿਆ? ਹਾਂ ਫਰਕ ਪਿਆ ਮੈਂ ਤਾਂ ਹੀ ਆਉਂਦਾ ਜੀ, ਨਹੀਂ ਕਾਹਨੂੰ ਆਉਣਾ ਸੀ। ਤੇ ਹੁਣ ਕਿੰਨੇ ਨੰਬਰ ਦਾ ਚਸ਼ਮਾ ਹੈ ਤੁਹਾਡਾ? ਇੱਕ ਪਾਸੇ 2.5 ਨੰਬਰ ਹੈ, ਮੇਰਾ ਨੰਬਰ ਸਿਲੰਡਰੀਕਲ ਹੈ। ਅੱਛਾ। 2 ਅੱਖਾਂ ਦਾ। ਜੀ। ਹਾਂ ਰਾਈਟ। ਜ਼ਿਆਦਾ ਆਈ ਸੀ ਜਦ ਕਿੰਨੀ ਅੱਖਾਂ ਸੀ ਤੁਹਾਡੀਆਂ? ਉਹ 'ਚ ਨੰਬਰ ਪਹਿਲਾਂ ਘਟਿਆ ਸੀਗਾ ਥੋੜ੍ਹਾ ਜਿਹਾ। ਮੈਨੂੰ ਜਦੋਂ ਡਾਕਟਰ ਨੇ ਮੈਂ ਕਿਹਾ ਵੀ ਨਿਗਾਹ ਚੈੱਕ ਕਰੀਏ, ਕਹਿੰਦੇ ਤੁਹਾਡੇ ਜਿਹੜੇ ਸਪੈਕਸ ਆ ਉਹ ਵੱਧ ਨੰਬਰ ਦੀ ਲੱਗੀ ਹੋਈ ਆ, ਇਹਦਾ ਨੰਬਰ ਘਟਾਓ। ਅੱਛਾ। ਉਹਨਾਂ ਨੇ ਫਿਰ ਅੱਧਾ ਨੰਬਰ ਘਟਾਇਆ। ਉਸ ਤੋਂ ਬਾਅਦ ਹੁਣ ਥੋੜ੍ਹਾ ਜਿਹਾ ਫਰਕ ਪਿਆ ਕਿਉਂਕਿ ਮੇਰੇ ਸ਼ੂਗਰ ਦਾ ਜਿਹੜਾ ਲੈਵਲ ਆ ਥੋੜ੍ਹਾ ਜਿਹਾ ਵੱਧ ਗਿਆ ਸੀਗਾ। ਹੁਣ ਮੇਰਾ ਮਤਲਬ ਉਹੀ ਪਹਿਲਾਂ ਵਾਲਾ ਹੀ ਨੰਬਰ ਹੈਗਾ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਤੇ ਕਹਿੰਦੇ ਆ ਵੀ ਉਮਰ ਦੇ ਨਾਲ ਦਾ ਨੰਬਰ ਵੱਧਦਾ ਹੀ ਹੈ, ਨਾਲੇ ਸ਼ੂਗਰ ਦੇ ਨਾਲ ਤਾਂ ਇਫੈਕਟ ਹੁੰਦਾ ਤਾਂ ਹੋਰ ਵੱਧਦਾ। ਬੀਪੀ ਹੈ, ਥਾਇਰਾਇਡ ਹੈ, ਤਿੰਨੇ ਚੀਜ਼ਾਂ ਹੈਗੀਆਂ। ਤੇ ਵੈਸੇ ਹੋਰ ਡਾਕਟਰ ਸਾਹਿਬ ਨੇ ਕੀ ਪਰਹੇਜ਼ ਦੱਸੇ ਸੀ ਤੁਹਾਨੂੰ? ਮੈਨੂੰ ਤਾਂ ਪਰਹੇਜ਼ ਆਹੀ ਹੈ ਵੀ ਸ਼ੂਗਰ ਨੂੰ ਕੰਟਰੋਲ ਕਰੋ, ਤੁਸੀਂ ਬੀਪੀ ਨੂੰ ਕੰਟਰੋਲ ਕਰੋ, ਬਾਕੀ ਕੋਈ ਦਿੱਕਤ ਨਹੀਂ। ਤੇ ਜਿਹੜਾ ਤੁਸੀਂ ਆਪਰੇਸ਼ਨ ਕਰਾਇਆ ਸੀਗਾ ਅੱਖਾਂ ਦਾ, ਉਹਦੇ ਨਾਲ ਫਰਕ ਪਿਆ ਸੀ ਪਹਿਲਾਂ? ਉਦੋਂ ਤਾਂ ਫਿਰ ਚਸ਼ਮਾ ਉਤਰ ਗਿਆ ਸੀ ਨਾ, ਫਿਰ ਵਾਪਸ ਲੱਗ ਗਿਆ ਜੀ ਨਾਲ ਦੇ ਨਾਲ ਹੀ ਥੋੜ੍ਹੇ ਟਾਈਮ ਬਾਅਦ? ਨਾਲ ਦੀ ਨਾਲ ਨਹੀਂ, ਤਾਂ 18 ਚ ਸ਼ੁਰੂ ਹੋਇਆ ਕੰਮ। ਅੱਛਾ। ਬਹੁਤ ਟਾਈਮ ਕੱਟਿਆ।
ਤੇ ਜਿਹੜੇ ਲੋਕੀ ਹੁਣ ਅੱਜ ਦੇ ਟਾਈਮ ਦੇ ਵਿੱਚ ਲੇਜ਼ਰ ਥੈਰੇਪੀਜ਼ ਆ ਗਈਆਂ, ਬੜੀ ਥੈਰੇਪੀਜ਼ ਕੱਢਦੀਆਂ ਇਹਨਾਂ ਨੇ, ਹੁਣ ਆਪਰੇਸ਼ਨ ਵੀ ਕਰ ਰਹੇ ਨੇ, ਤੇ ਉਹਦੇ ਨਾਲ ਤੇ ਡਾਕਟਰ ਸਾਹਿਬ ਦੇ ਟ੍ਰੀਟਮੈਂਟ ਦੇ ਵਿੱਚ ਤੁਸੀਂ ਕਿਹਨੂੰ ਜ਼ਿਆਦਾ ਚੂਜ਼ ਕਰੋਗੇ? ਪ੍ਰੈਫਰੇਬਲ ਅਗਰ ਦੋ ਹੈਗੇ ਨੇ ਤੁਹਾਡੇ ਕੋਲ? ਦੋ ਗੱਲਾਂ ਹੈ ਵੀ ਜਿਹੜਾ ਤਾਂ ਬੰਦਾ ਚਾਹੁੰਦਾ ਵੀ ਮੈਨੂੰ ਇਮੀਡੀਏਟ ਆਰਾਮ ਆਵੇ, ਉਹਦੇ ਵਾਸਤੇ ਤਾਂ ਫਿਰ ਲੇਟੈਸਟ ਹੈ। ਅੱਛਾ। ਤੇ ਬਾਕੀ ਇਹਨਾਂ ਤੇ ਵੀ ਬੰਦੇ ਨੂੰ ਭਰੋਸਾ ਕਰਨਾ ਚਾਹੀਦਾ। ਪਰ ਸਰ ਇਹ ਇੱਕ ਗੱਲ ਉਹਦੇ ਵਿੱਚ ਵੀ ਆਉਂਦੀ ਹੈ, ਜੇ ਤੁਸੀਂ ਉਹ ਕਰ ਲੈਂਦੇ ਹੋ ਫਿਰ ਆਉਣ ਵਾਲੇ ਟਾਈਮ ਤੇ ਕਈ ਸਾਰੀ ਰਿਸਰਚਿਸ ਹੁਣ ਸਾਹਮਣੇ ਆ ਰਹੀਆਂ ਨੇ ਵੀ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ। ਹਾਂ, ਉਹਨੂੰ ਤਾਂ ਜਿਹੜੇ ਬੰਦੇ ਨੇ ਹੁਣ ਕਰਾਇਆ, ਕਿਉਂਕਿ ਜਦੋਂ ਮੈਂ ਲਾਸਟ ਲੇਜ਼ਰ ਕਰਾਇਆ ਸੀਗਾ ਉਦੋਂ ਕੋਈ ਤਕਨੀਕ ਹੋਰ ਸੀਗੀ, ਹੁਣ ਤਾਂ ਲੇਟੈਸਟ ਤਕਨੀਕਾਂ ਬਹੁਤ ਆ ਗਈਆਂ, ICL ਵਾਇਰਾ ਵਗੈਰਾ ਕਾਫੀ ਆ ਗਏ। ਕਈ ਸਾਰੀ ਵਾਇਰਲ ਵੀਡੀਓ ਵੀ ਆਪਾਂ ਦੇਖ ਲੈਂਦੇ ਹਾਂ ਆਮ ਤੌਰ ਤੇ ਕਈ ਵੀਡੀਓਜ਼ ਆ ਜਾਂਦੀਆਂ ਸਾਹਮਣੇ ਵੀ ਲੋਕਾਂ ਦੀ ਨਿਗਾਹ ਜਿਵੇਂ ਉਹਨਾਂ ਨੇ ਘਟਾਈ ਹੁਣ ਹੈ ਨਾ, ਆਉਣ ਵਾਲੇ ਟਾਈਮ ਤੇ ਐਡਵਰਸ ਇਫੈਕਟ ਪੈਣ ਕਰਕੇ, ਸਾਈਡ ਇਫੈਕਟ ਹੋਣ ਕਰਕੇ ਵਧੇਰੇ ਹੋ ਗਿਆ ਸੀਗਾ। ਸਾਈਡ ਇਫੈਕਟ ਤਾਂ ਹੈਗਾ, ਕੋਈ ਵੀ ਹੈ ਮੈਡੀਸਨ ਹੈਗੀ ਹੈ, ਉਸ ਦਾ ਇਫੈਕਟ ਤਾਂ ਹੈਗਾ। ਪਰ ਵੈਸੇ ਜੇ ਬੰਦੇ ਨੂੰ ਇਹਨੂੰ ਨਿਗਾਹ ਨੂੰ ਵਾਰ-ਵਾਰ ਸਹੀ ਟਾਈਮ ਚੈੱਕ ਕਰਾਉਣਾ ਚਾਹੀਦਾ, ਕਿਉਂਕਿ ਅਜੋਕੀ ਪੀੜ੍ਹੀ ਦੀ ਜਿਹੜੀ ਹੈਗੀ ਹੈ ਉਹ ਜ਼ਿਆਦਾ ਮੋਬਾਈਲ ਦਾ ਯੂਜ਼ ਕਰਦੀ ਹੈ। ਠੀਕ ਹੈ ਜੀ, ਇਸ ਕਰਕੇ ਕੰਪਿਊਟਰ 'ਤੇ ਬੈਠਣਾ 5-5 6-6 ਘੰਟੇ ਰੈਗੂਲਰ ਬੈਠਣਾ ਉਹਨਾਂ ਵਾਸਤੇ ਤਾਂ ਬਹੁਤ ਅੱਜ ਦੇ ਟਾਈਮ 'ਚ ਨਿਗਾਹ ਚੈੱਕ ਕਰਾਉਣੀ ਬਹੁਤ ਜ਼ਰੂਰੀ ਹੈ ਜੀ। ਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਵੀ ਜਿਵੇਂ ਸਕਰੋਲਿੰਗ ਦਾ ਟਾਈਮ ਤੁਸੀਂ ਦੱਸ ਰਹੇ ਹੋ, ਆਪਣੇ ਆਪ ਹੀ ਦੱਸਿਆ ਤੁਸੀਂ, ਛੋਟੇ ਛੋਟੇ ਬੱਚੇ ਵੀ ਫੋਨ ਚਲਾ ਰਹੇ ਨੇ ਜੀ ਬਹੁਤ ਜ਼ਿਆਦਾ। ਪੇਰੈਂਟਸ ਨੂੰ ਚਾਹੀਦਾ ਜੀ ਨਾ ਦੇਣ ਬੱਚਿਆਂ ਨੂੰ। ਇੱਥੇ ਤਾਂ ਉਹ ਨੇ ਨਾ ਪੇਰੈਂਟਸ ਆਪਣਾ ਕੰਮ, ਘਰ ਦਾ ਕੰਮ ਕਰਨ ਵਾਸਤੇ ਬੱਚੇ ਨੂੰ ਫੜਾ ਦਿੰਦੇ ਆ। ਹੁਣ ਛੋਟੇ ਬੱਚੇ ਨੂੰ ਤਾਂ ਪਤਾ ਨਹੀਂ, ਜਦੋਂ ਵੱਡਾ ਹੋਊਗਾ ਉਹਨੂੰ ਫਿਰ ਪਤਾ ਲੱਗੂਗਾ। ਸਰ ਇੱਕ ਡਾਕਟਰ ਸਾਹਿਬ ਦਾ 20 ਮਿੰਟ ਵਾਲਾ ਫਾਰਮੂਲਾ ਹੈ ਜੀ, ਉਹਦੇ ਨਾਲ ਫਰਕ ਪਿਆ ਸੀ ਤੁਹਾਨੂੰ ਥੋੜਾ ਬਹੁਤ? ਹਾਂ, ਕਿਉਂਕਿ ਜਦੋਂ ਇਹਨਾਂ ਨੇ ਫਸਟ ਟਾਈਮ ਮੇਰੀ ਚੈੱਕ ਕੀਤੀ ਹੈ, ਪਹਿਲਾਂ ਤਾਂ ਸਿੰਪਲ ਚੈੱਕ ਕੀਤੀ, ਫਿਰ ਇਹਨੇ ਦਵਾਈ ਪਾ ਕੇ ਕੀਤੀ, ਫਰਕ ਸੀ। ਅੱਛਾ, ਪਹਿਲਾਂ ਜਿਹੜੀ ਚੈੱਕ ਕੀਤੀ ਸੀਗੀ ਬਿਨਾਂ ਦਵਾਈ ਪਾਏ, ਉਦੋਂ ਤੋਂ ਫਰਕ ਦਿਖਿਆ ਦਵਾਈ ਪਾਉਣ ਤੋਂ ਬਾਅਦ? ਕਿੰਨਾ ਕੁ ਫਰਕ ਦਿਖਿਆ? ਅਸੀਂ 10-15%। ਅੱਛਾ, ਮਤਲਬ 15% ਤੁਸੀਂ 20 ਮਿੰਟ ਚ ਲਾ ਸਕਦੇ ਹੋ ਵੀ ਠੀਕ ਹੋ ਗਿਆ? ਹਾਂ, ਮਤਲਬ ਜਿਹੜੀ ਕਲੀਅਰਟੀ ਸੀਗੀ ਪੁੱਛਿਆ ਉਹ ਇਹਨਾਂ ਨੇ, ਉਹ ਜਿਹੜੀ ਅਖੀਰਲੀਆਂ 2-3 ਲਾਈਨਾਂ ਸੀਗੀਆਂ ਉਹ ਇੰਨੀਆਂ ਬਸ ਸਟ੍ਰੈਸ ਦੇ ਕੇ ਨਹੀਂ ਪੜ੍ਹੀ ਜਾਂਦੀਆਂ ਸੀਗੀਆਂ, ਉਹ ਪੜ੍ਹੀਆਂ ਗਈਆਂ, ਪੜ੍ਹ ਲਈਆਂ ਤੁਸੀਂ ਉਸ ਟਾਈਮ। ਤੇ ਜਿਹੜੀ ਲੋਕੀ ਸਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਉਹ ਸੰਦੇਸ਼ ਤਾਂ ਆਹੀ ਹੈ ਜੀ ਵੀ ਜਿਹੜੀ ਨਿਗਾਹ ਬਿਮਾਰੀ ਤਾਂ ਕੋਈ ਵੀ ਚੰਗੀ ਨਹੀਂ, ਖਾਸ ਕਰਕੇ ਨਿਗਾਹ ਤੇ ਬੰਦਾ ਦੂਜੇ ਬੰਦੇ 'ਤੇ ਡਿਪੈਂਡ ਹੋ ਜਾਂਦਾ ਵੀ ਇਹਦੇ ਵਾਸਤੇ ਇੱਕ ਤਾਂ ਖੁਰਾਕ ਚੰਗੀ ਹੋਵੇ, ਇੱਕ ਜੇ ਕੋਈ ਪ੍ਰੋਬਲਮ ਦਿਸਦੀ ਹੈ ਤਾਂ ਡਾਕਟਰ ਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ। ਸਟ੍ਰੈਸ ਵੀ ਵੱਧ ਜਾਂਦਾ ਸਰ, ਨਿਗਾਹ ਘੱਟ ਹੁੰਦੀ ਹੈ, ਆਲਰੇਡੀ ਸਟ੍ਰੈਸ ਵੱਧ ਜਾਂਦਾ ਵੀ ਅੱਗੇ ਦੀ ਲਾਈਫ ਕਿਵੇਂ ਬਿਤਾਊਂਗਾ ਮੈਂ। ਬਿਲਕੁਲ, ਬੰਦੇ ਦੀ ਮਾਨਸਿਕ ਸੋਚ 'ਚ ਫਰਕ ਪੈ ਜਾਂਦਾ ਵੀ ਮੈਂ ਤਾਂ ਕਿਸੇ 'ਤੇ ਡਿਪੈਂਡ ਹੋ ਗਿਆ, ਮੇਰਾ ਕੀ ਬਣੂਗਾ ਜੀ। ਆ ਚਾਹੀਦਾ ਜ਼ਰੂਰ। ਹੁਣ ਤਾਂ ਸਰ ਤੁਸੀਂ ਠੀਕ ਹੋ ਬਿਲਕੁਲ? ਹਾਂ ਠੀਕ ਹੈ, ਮੈਂ ਪਰ ਕਿੰਨੀ ਪਰਸੈਂਟ ਤੁਸੀਂ ਹੁਣ ਡਾਕਟਰ ਸਾਹਿਬ ਦੇ ਇਲਾਜ ਤੋਂ ਫਰਕ ਤੁਹਾਨੂੰ ਕਿੰਨਾ ਪਰਸੈਂਟ ਤੁਹਾਨੂੰ ਹੈ ਵੀ ਹੁਣ ਤੱਕ ਠੀਕ? ਮੈਨੂੰ ਜਦੋਂ ਹੁਣ ਨਿਗਾਹ ਚੈੱਕ ਕਰਾਉਂਦੇ ਆ ਉਹ ਮੈਨੂੰ ਇਹ ਕਹਿੰਦੇ ਵੀ ਤੁਸੀਂ ਹਾਲੇ ਤਾਂ ਤੁਹਾਨੂੰ ਆਹ ਜਿਹੜੀ ਮੋਤੀਏ ਦੀ ਸ਼ਿਕਾਇਤ ਹੈ ਹੀ ਨਹੀਂ। ਪਹਿਲਾਂ ਉਹ ਕਹਿਤਾ ਸੀ ਉਹਨਾਂ ਨੇ ਮੋਤੀਏ ਦੀ ਸ਼ਿਕਾਇਤ ਹੋ ਰਹੀ ਹੈ ਤੁਹਾਨੂੰ, ਹੁਣ ਉਹਨਾਂ ਨੇ ਕਹਿਤਾ ਵੀ ਨਹੀਂ ਹੈ? ਨਹੀਂ, ਉਹ ਕਹਿੰਦੇ ਵੀ ਜਿਹੜੇ ਮੈਂ ਹੁਣ ਦੂਜੇ ਨਾਲ ਕੁਝ ਜਾਣਦਾ ਨਾ, ਉਹ ਕਹਿੰਦੇ ਵੀ ਨਹੀਂ, ਹਾਲੇ ਤਾਂ ਤੁਹਾਡਾ ਐਨਕ ਨਾਲ ਕੰਮ ਚੱਲਦਾ, ਜੇ ਜ਼ਿਆਦਾ ਹੁੰਦੀ ਹੈ ਤਾਂ ਨੰਬਰ ਹੋਰ ਇਨਕਰੀਜ਼ ਹੋ ਜਾਊਗਾ ਜੀ, ਕਿਉਂਕਿ ਮੋਤੀਆ ਤਾਂ ਉਦੋਂ ਜਦ ਤੱਕ ਉਹ ਫਾਈਨਲ ਨਹੀਂ ਹੁੰਦਾ, ਪੱਕਦਾ ਹੀ, ਉਦੋਂ ਤੱਕ ਤਾਂ ਉਹ ਆਪਰੇਟ ਕਰਦੇ ਹੀ ਜੀ। ਤੇ ਐਨਕ ਦਾ ਨੰਬਰ ਹੁਣ ਸਟੇਬਲ ਹੈਗਾ ਤੁਹਾਡਾ ਪੂਰਾ? ਹਾਂ, ਲਗਭਗ ਸਟੇਬਲ ਹੈਗਾ ਜੀ। ਹਾਂ, ਕੋਈ ਜ਼ਿਆਦਾ ਹੋ ਨਹੀਂ। ਤੁਹਾਡਾ बहुत बहुत धन्यवाद जी। थैंक यू जी। डॉक्टर मनोज, आपका बहुत बहुत स्वागत है D5 चैनल हिंदी में। जी शुक्रिया, आपका भी स्वागत है। सर, हमने अभी बलविंदर सिंह जी से बात करी, उनके बारे में आप बता दीजिए डिटेल में कि उनको क्या बीमारी थी और कैसे यहाँ पे इलाज किया गया। जी, बलविंदर सिंह हमारे साथ कई सालों से आते हैं हमारे आँखों के रूटीन चेकअप के लिए। तो जब वो आए थे कई साल पहले तो उनको कोलेस्ट्रॉल था, शुगर था, ब्लड प्रेशर था, तो ये सारी बीमारी के कारण उनकी आंखों की निगाह काफ़ी वीक हो गई थी। तो जब डॉक्टर साहब ने चेक किया उनको 15-20 मिनट बाद 15 से 20% फ़र्क तो तभी पड़ गया था। तो उसके बाद उनको हर्बल दवाई दी गई, तो डालने वाली कुछ खाने वाली दवाइयाँ, महीने बाद उनको काफ़ी मतलब 20 से 40% तक फ़र्क पड़ गया। जब धीरे धीरे दवाई चलती रही और उनकी निगाह आगे से मोर देन सफिशेंट है, तो बिल्कुल अपना रोज़मर्रा का काम कर लेते हैं, ब्रिक से ब्रिक निगाह, दूर की निगाह और नज़दीक की आराम से देख सकते हैं वो। सर, इनसे हमने जब बात करी तो हमारे सामने एक एग्जाम्पल सामने आया कि इन्होंने पहले ट्रीटमेंट करा लिया था अपनी आंखें ठीक करवाने के लिए, चश्मा उतारने के लिए।
थोड़े टाइम तक तो वो ठीक रही, फिर उसके बाद इनकी इतना एडवर्स साइड इफ़ेक्ट हुआ कि उसमें आँखें ख़राब होनी शुरू हो गई और बड़ा नंबर लग गया इन पे। फिर वहाँ से तो उन्होंने जवाब दे दिया, यहाँ पे आए हैं हमारे देसी इलाज करवा रहे हैं, आप ठीक हैं। ये बड़ा महत्वपूर्ण लोगों के सामने एक नया एग्जाम्पल सेट हुआ है कि अगर आप वो चीज़ कर सकते हो तो उसका साइड इफ़ेक्ट भी सामने आ सकता है। ये बिल्कुल ठीक है। जैसे कि कई पैथियों के साइड इफ़ेक्ट्स बहुत हैं, मैं ज़्यादा किसी पैथी का नाम नहीं लूँगा, पर जितनी अंग्रेज़ी इलाज हैं, अंग्रेज़ी दवाइयाँ, उनके साइड इफ़ेक्ट्स भी ज़रूर हैं। वो कहीं ना कहीं लिखे होते हैं, बट पेशेंट को जल्दी रिलीफ होने की वजह से उधर जाना पड़ता है। तो नो डाउट इमरजेंसी ट्रीटमेंट के लिए तो एलोपैथी ठीक है, बट कोई पुरानी बीमारियां हैं जैसे, या कोई लाइलाज बीमारियां हैं, उनके लिए तो आज भी आयुर्वेदिक दवाई और आयुर्वेदिक इलाज बहुत कारगर सिद्ध हो रहा है। तो जैसे ही उन्होंने कहीं और पैथी से दवाई ली तो उसके साइड इफ़ेक्ट्स बहुत आने शुरू हुए, थोड़ा लेट हुए पर आए ज़रूर। तो उनको साइड इफ़ेक्ट के कारण उनका धीरे धीरे नंबर कम होने की बजाय नंबर बढ़ता गया। तो उस वजह से एक समय ऐसा आ गया कि उनको डॉक्टर ने जवाब दे दिया, भाई हमारे हाथ में कुछ नहीं है, आप किसी और पैथी में यार कहीं भी दिखा लो। तब वो उन्होंने हमारा वीडियो देखा और हमारे पास कंसल्ट किया। हमारे पास जब भी आए तो आते ही उनको 15-20% फ़र्क उसी समय 20 मिनट में पता लग गया। धीरे धीरे वो हमारे साथ जुड़े और हमारी दवाइयाँ और रूटीन चेकअप के लिए आते रहे। आज वो 9/9 आए हैं। सर वो बता रहे थे, जब बात कर रहे थे, तो एक तो उनका स्ट्रेसफुल काम है, गवर्नमेंट जॉब है तो स्ट्रेसफुल होती है गवर्नमेंट जॉब। आमतौर पर उन्होंने ये भी बताया कि एक तो उनका लाइफस्टाइल बिगड़ा हुआ था, स्ट्रेस बहुत ज़्यादा था, ऊपर से शुगर बीपी वाली बीमारी थी। तो इसमें आपने दवाई के अलावा उनको क्या क्या और परहेज के बारे में बताया? जी, उनका कॉन्टीन्यूसली, जैसे गवर्नमेंट जॉब थी तो उनकी जॉब के दौरान उनको कॉन्टीन्यूसली कंप्यूटर पे बहुत ज़्यादा सीटिंग थी, तो उनका मोबाइल वर्क भी था। तो हमने उनको कोलेस्ट्रॉल की जो है प्योर आयुर्वेदिक दवाई, जड़ी चटनी हम बनाते हैं, वो बना के उनको फार्मूला बताया तो उन्होंने वो लिया। शुगर की हमने जो है अपनी दवाई, हर्बल दवाई दी। उस वजह उन दवाइयों के कारण से उनको परहेज, और साथ में हमने परहेज बनाया भी, अपने स्ट्रेस थोड़ी कम करनी है। बीच बीच में कंप्यूटराइज काम करते समय बीच बीच में आप थोड़ा बहुत आँख को कंटिन्यू 1-2 घंटे के बाद आँखें थोड़ी देर थोड़ा रेस्ट कर सकते हैं, आंखें बंद करके आराम से बैठ सकते हैं, 2-4 स्क्रीन से हट के थोड़ा सा रिलैक्स हो सकते हैं, और मोबाइल का कम से कम प्रयोग करके रात को ना करके और बिल्कुल अच्छी दिशा में बैठ के और पूरा परहेज डाइट का करके, इस सारी चीज़ों के अलावा हमने उनको काफ़ी हद तक जो है काउंसलिंग करी और दवाई दी। आज वो पूरे 9/9। सर आपने बहुत महत्वपूर्ण जानकारी दी, आपका बहुत बहुत धन्यवाद। जी, आपका धन्यवाद। सर आपका बहुत बहुत स्वागत है D5 चैनल हिंदी में। धन्यवाद जी। सर हमने अभी बलविंदर सिंह जी से बात करी, उनके बारे में बता दीजिए, उनकी हिस्ट्री बता दीजिए। ਉਹ ਬਲਵਿੰਦਰ ਸਿੰਘ जी वो कानूगो ने ते वो रिटायर हो चुके अब तो। पहले 4 सालों से हमारे पास आ रहे हैं। जब आए थे एक उनको प्रॉब्लम थी आँखों की, ऑपरेशन कराया था एक का होने वाला था। उसमें कैटरेक्ट की शुरुआत थी, स्टार्टिंग था, और अब उसका जो विज़न कम हुआ था ऑपरेट के बाद वो 6/9 हो चुका है। पहले 24 था, 6/24 यानी 30-35% कह लो। तो अब उनका 6/9 उनका चल रहा है 4 सालों से। और जो दूसरा था वो भी कम था, 6/18, और वो भी 6/9 4 सालों से चल रहा है। तो सर ये एक एग्जांपल सेट हो जाता है कि ऑपरेशन कराने के बाद भी हमारी निगाह ठीक नहीं रह सकती अगर हम उसके ऊपर परहेज ना रखें और हिदायत ना करें। और ऊपर से 20 मिनट के फार्मूले के बारे में तो सर बहुत ज़्यादा मशहूर है आपका 20 मिनट वाला फार्मूला। उन्होंने कहा कि 20 मिनट में देखने को मिल गया था, उनको फ़र्क पड़ गया था। वो क्या चीज़, फार्मूला क्या है 20 मिनट वाला, और वो कैसे असर करता है? वो ऐसा है जी, जो जड़ी बूटियाँ हैं, आयुर्वेदिक, शुद्ध आयुर्वेदिक जड़ी बूटियों का जो अर्क होता है वही हम उनको बनाकर आँखों में डालने के लिए देते हैं। जो पसमें वगैरह होती है वो हम उनको खाने के लिए देते हैं, और जो आंवला रस, तुलसी वगैरह, त्रिफला, ये उनको खाने के लिए देते हैं। तो और इसके साथ उनकी जो आई सेट इम्प्रूव होती है, और जो इम्प्रूव हो जाती है वो लंबे समय तक कम नहीं होती। सर ये तुलसी का बड़ा ज़रा जिक्र हो रहा है, तुलसी रस है या फिर तुलसी अर्क है? तुलसी अर्क है।
तुलसी का अर्क है, 5 तुलसी है, 5 तुलसी का अर्क निकाल कर वो एक में डाला हुआ है। वो 5-7 बूंदे सुबह और शाम पानी में डाल कर ले सकते हैं। उसके लेने से हमारी इम्यूनिटी बढ़ेगी तो शरीर के सभी जो अपने अंग है वो काम बढ़िया करेंगे। सर, जो दर्शक यहाँ पे आना चाहते हैं उनको क्या संदेश देना चाहेंगे आप, या उनको क्या कहना चाहेंगे आप? जो आएंगे उनका बहुत बहुत स्वागत है, जो नहीं आएंगे उनका भी बहुत बहुत स्वागत है। क्यों, इस दुनिया में बहुत एक से एक बढ़कर बैठा हुआ वैद्य हकीम डॉक्टर बैठे हुए हैं। जहाँ किसी का दिल चाहता है वहाँ इलाज कराना चाहिए। अगर किसी का कहीं भी किसी भी तरीके से आईसेट की इम्प्रूवमेंट नहीं हो रही, जहाँ नहीं हो सकती, एक बार ज़रूर मिले। हम कोशिश करेंगे, अगर भगवान ने चाहे तो वो भी इससे जो लेकर आएगा उससे अच्छा होगा। सर, आपका बहुत बहुत धन्यवाद। धन्यवाद जी। जैसा कि आपने देखा, हमने पेशेंट से बातचीत की, उन्होंने बताया कि कैसे ये 20 मिनट वाला फॉर्मूला उनकी आंखों की समस्याओं को ठीक कर देता है। आंखों में फ़र्क देखने को मिल जाता है केवल और केवल 20 मिनट में। अगले एपिसोड में फिर मुलाकात होगी, तब तक के लिए नमस्कार।